ਅੱਜ ਅਸੀਂ ਜਿਓਮੈਟਰੀ ਦੇ ਬਾਰੇ ਗੱਲ ਕਰਦੇ ਹਾਂ, ਜਿਸ ਨੂੰ ਅਸੀਂ ਰੇਖਾ ਗਣਿਤ ਵੀ ਆਖਦੇ ਹਾਂ। ਤੇ ਜੋ ਜਿਓਮੈਟਰੀ ਸ਼ਬਦ ਹੈ, ਉਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਜਿਸ ਦੇ ਵਿੱਚ ਪਹਿਲਾ ਸ਼ਬਦ ਹੈ ਜੀਓ। ਇਸ ਦੀ ਵਰਤੋਂ ਜਾਂ ਕਹਿ ਲਓ ਕਿ ਇਸ ਦਾ ਇਸਤੇਮਾਲ ਤੁਸੀਂ ਪਹਿਲਾਂ ਵੀ ਕਾਫੀ ਵਾਰ ਸੁਣਿਆ ਹੋਵੇਗਾ। ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਜੀਓਗ੍ਰਾਫੀ, ਜੀਓਲੋਜੀ। ਤੇ ਇਹਨਾਂ ਦੇ ਵਿੱਚ ਜੋ ਜੀਓ ਦਾ ਮਤਲਬ ਹੈ, ਉਹ ਸਾਡੇ ਕੋਲ ਕੀ ਹੈ? ਅਰਥ ਹੈ। ਅਰਥ ਨੂੰ ਅਸੀਂ ਪੰਜਾਬੀ ਦੇ ਵਿੱਚ ਧਰਤੀ ਵੀ ਆਖਦੇ ਹਾਂ। ਅਸੀਂ ਇਸ ਨੂੰ ਧਰਤੀ ਵੀ ਆਖਦੇ ਹਾਂ। ਤੇ ਜੋ ਜੀਓ ਦਾ ਦੂਸਰਾ ਪਾਰਟ ਹੈ ਮਿਟਰੀ, ਇਸ ਦੀ ਵਰਤੋਂ ਵੀ ਜਾਂ ਕਹਿ ਲਓ ਕਿ ਇਸ ਦਾ ਇਸਤੇਮਾਲ ਵੀ ਤੁਸੀਂ ਕਾफ़ੀ ਜਗ੍ਹਾ 'ਤੇ ਸੁਣਿਆ ਹੋਵੇਗਾ। ਜਿਵੇਂ ਅਸੀਂ ਗੱਲ ਕਰ ਸਕਦੇ ਹਾਂ ਟ੍ਰਿਗਨੋਮੈਟਰੀ ਜਾਂ ਮੀਟ੍ਰਿਕ ਸਿਸਟਮ। ਇਹਨਾਂ ਸਾਰੇ ਸ਼ਬਦਾਂ ਦਾ ਸੰਬੰਧ ਮੇਜਰਮੈਂਟ ਨਾਲ ਹੈ। ਤੇ ਮੇਜਰਮੈਂਟ ਸਾਡੇ ਕੋਲ ਕੀ ਹੈ? ਪੰਜਾਬੀ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਹੈ? ਮਾਪਣਾ। ਅਸੀਂ ਇੱਥੇ ਲਿਖ ਦਿੰਦੇ ਹਾਂ, ਮੇਜਰਮੈਂਟ ਦਾ ਮਤਲਬ ਹੁੰਦਾ ਹੈ ਮਾਪਣਾ। ਤਾਂ ਜਦੋਂ ਅਸੀਂ ਜੀਓ ਅਤੇ ਮਿਟਰੀ ਸ਼ਬਦ ਨੂੰ ਮਿਲਾ ਦਿੰਦੇ ਹਾਂ, ਤਾਂ ਇਹ ਸਾਡੇ ਕੋਲ ਜਿਓਮੈਟਰੀ ਸ਼ਬਦ ਬਣ ਜਾਂਦਾ ਹੈ। ਤੇ ਜਦੋਂ ਵੀ ਕੋਈ ਜਿਓਮੈਟਰੀ ਦੀ ਗੱਲ ਕਰਦਾ ਹੈ, ਇਟ ਮੀਨਸ ਕਿ ਉਹ ਅਰਥ ਦੇ ਮੇਜਰਮੈਂਟ ਨਾਲ ਸੰਬੰਧਿਤ ਹੀ ਗੱਲ ਕਰ ਰਿਹਾ ਹੈ। ਤੇ ਜਦੋਂ ਅਸੀਂ ਜਿਓਮੈਟਰੀ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ, ਤਾਂ ਇਸ ਦੇ ਵਿੱਚ ਅਸੀਂ ਲਾਈਨ ਤੇ ਸਰਕਲ, ਟ੍ਰਾਇੰਗਲ ਤੇ ਕੋਣ, ਇਹਨਾਂ ਸਾਰੀਆਂ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਤੇ ਇਹ ਸਾਰੀਆਂ ਚੀਜ਼ਾਂ ਕੀ ਨੇ? ਸਾਡੇ ਕੋਲ ਜਿਓਮੈਟਰੀ ਦੇ ਵਿੱਚ ਆਉਂਦੀਆਂ ਹਨ। ਤੇ ਇਹਨਾਂ ਤੋਂ ਇਲਾਵਾ ਵੀ ਜਿਓਮੈਟਰੀ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਹਨ। ਜਿਵੇਂ ਕਹਿ ਲਓ ਕਿ ਸਾਡੇ ਕੋਲ ਪੈਟਰਨ, 3 ਡਾਇਮੈਂਸ਼ਨ ਸ਼ੇਪਸ, ਤੇ ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਜਿਓਮੈਟਰੀ ਦੇ ਅੰਦਰ ਆਉਂਦੀਆਂ ਹਨ। ਤੇ ਜੇ ਲਗਭਗ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ, ਉਹ ਜਿਓਮੈਟਰੀ ਦੇ ਹੀ ਅੰਦਰ ਆਉਂਦੀਆਂ ਹਨ। ਇਟ ਮੀਨਸ ਕਿ ਉਹ ਸਾਰੀਆਂ ਵਿਜ਼ੂਅਲ ਮੈਥਮੈਟੀਕਲ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਸਮਝ ਸਕਦੇ ਹਾਂ, ਉਹਨਾਂ ਨੂੰ ਅਸੀਂ ਜਿਓਮੈਟਰੀ ਦੇ ਅੰਦਰ ਕੈਟਾਗਰਾਈਜ਼ ਕਰ ਸਕਦੇ ਹਾਂ। ਤੇ ਇਹਨਾਂ ਸਾਰੀਆਂ ਗੱਲਾਂ ਸਮਝਣ ਤੋਂ ਬਾਅਦ ਅਸੀਂ ਜਿਓਮੈਟਰੀ ਦੇ ਬੇਸਿਕ ਤੋਂ ਸ਼ੁਰੂ ਕਰਦੇ ਹਾਂ। ਜਿਵੇਂ ਸਾਡੇ ਕੋਲ ਸਕਰੀਨ 'ਤੇ ਸਾਡੇ ਕੋਲ ਇੱਕ ਆਹ ਪੁਆਇੰਟ ਹੈ। ਕੀ ਹੈ ਸਾਡੇ ਕੋਲ? ਇਹ ਇੱਕ ਪੁਆਇੰਟ ਹੈ। ਇਸ ਨੂੰ ਅਸੀਂ ਪੰਜਾਬੀ ਦੇ ਵਿੱਚ ਬਿੰਦੂ ਵੀ ਆਖਦੇ ਹਾਂ। ਤੇ ਜੋ ਇਹ ਪੁਆਇੰਟ ਹੈ, ਇਹ ਸਾਨੂੰ ਇੱਕ ਪੋਜੀਸ਼ਨ ਬਾਰੇ ਦੱਸਦਾ ਹੈ। ਤੇ ਅਸੀਂ ਇਸ ਪੁਆਇੰਟ ਤੋਂ ਬਿਲਕੁਲ ਵੀ ਮੂਵ ਨਹੀਂ ਕਰ ਸਕਦੇ। ਜੇ ਅਸੀਂ ਇਸ ਪੁਆਇੰਟ ਤੋਂ ਮੂਵ ਕਰਦੇ ਹਾਂ, ਤਾਂ ਅਸੀਂ ਇਸ ਪੁਆਇੰਟ 'ਤੇ ਨਾ ਰਹਿ ਕੇ ਅਸੀਂ ਕਿਸੇ ਹੋਰ ਪੁਆਇੰਟ 'ਤੇ ਚਲੇ ਜਾਂਦੇ ਹਾਂ। ਇਸੇ ਤਰ੍ਹਾਂ ਮੰਨ ਲਓ ਮੇਰੇ ਕੋਲ ਇੱਕ ਆਹ ਵੀ ਪੁਆਇੰਟ ਹੈ, ਇਸੇ ਤਰ੍ਹਾਂ ਮੇਰੇ ਕੋਲ ਇੱਕ ਆਹ ਵੀ ਪੁਆਇੰਟ ਹੈ, ਤੇ ਇਸੇ ਤਰ੍ਹਾਂ ਮੇਰੇ ਕੋਲ ਇੱਕ ਆਹ ਵੀ ਪੁਆਇੰਟ ਹੈ। ਤੇ ਜੇ ਮੈਂ ਹੁਣ ਗੱਲ ਕਰਾਂ ਕਿ ਮੈਂ ਇਹਨਾਂ ਦੇ ਵਿੱਚੋਂ ਕਿਸ ਪੁਆਇੰਟ ਦੀ ਗੱਲ ਕਰ ਰਿਹਾ ਹਾਂ, ਤਾਂ ਇਸ ਲਈ ਮੈਨੂੰ ਇਹਨਾਂ ਨੂੰ ਕੋਈ ਨਾ ਕੋਈ ਲੇਬਲ ਜਾਂ ਕੋਈ ਨਾ ਕੋਈ ਨਾਮ ਦੇਣਾ ਪਵੇਗਾ। ਕਿਉਂਕਿ ਵੈਸੇ ਤਾਂ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਮੇਰੇ ਕੋਲ ਹਰੇ ਰੰਗ ਦਾ ਪੁਆਇੰਟ ਹੈ, ਇਹ ਮੇਰੇ ਕੋਲ ਪੀਲੇ ਰੰਗ ਦਾ ਪੁਆਇੰਟ ਹੈ, ਇਹ ਮੇਰੇ ਕੋਲ ਨੀਲੇ ਰੰਗ ਦਾ ਪੁਆਇੰਟ ਹੈ। ਪਰ ਰੰਗ ਤਾਂ ਹਰ ਵਾਰ ਸਾਰਿਆਂ ਕੋਲ ਨਹੀਂ ਹੁੰਦੇ, ਤਾਂ ਇਸ ਲਈ ਸਾਨੂੰ ਇਹਨਾਂ ਨੂੰ ਕੋਈ ਨਾ ਕੋਈ ਨਾਮ ਜ਼ਰੂਰ ਦੇਣਾ ਪਵੇਗਾ, ਤਾਂ ਹੀ ਅਸੀਂ ਦੱਸ ਸਕਦੇ ਹਾਂ ਕਿ ਅਸੀਂ ਕਿਸ ਪੁਆਇੰਟ ਦੀ ਗੱਲ ਕਰ ਰਹੇ ਹਾਂ। ਤੇ ਜ਼ਿਆਦਾਤਰ ਜਦੋਂ ਵੀ ਅਸੀਂ ਪੁਆਇੰਟਾਂ ਨੂੰ ਨਾਮ ਦਿੰਦੇ ਹਾਂ ਜਾਂ ਲੇਬਲ ਦਿੰਦੇ ਹਾਂ, ਤਾਂ ਅਸੀਂ ਅੰਗਰੇਜ਼ੀ ਦੇ ਐਲਫਾਬੈਟ ਦੀ ਜਾਂ ਕਹਿ ਲਓ ਕਿ ਲੈਟਰ ਦੀ ਵਰਤੋਂ ਕਰਦੇ ਹਾਂ। ਜਿਵੇਂ ਅਸੀਂ ਇਸ ਨੂੰ A ਪੁਆਇੰਟ ਦੇ ਦਿੰਦੇ ਹਾਂ, ਇਹ ਸਾਡੇ ਕੋਲ A ਪੁਆਇੰਟ ਹੈ। ਤੇ ਆਹ ਸਾਡੇ ਕੋਲ B ਪੁਆਇੰਟ ਹੈ, ਇਸ ਨੂੰ ਅਸੀਂ B ਨਾਮ ਦੇ ਦਿੰਦੇ ਹਾਂ। ਆਹ ਸਾਡੇ ਕੋਲ C ਪੁਆਇੰਟ ਹੈ, ਤੇ ਆਹ ਸਾਡੇ ਕੋਲ D ਪੁਆਇੰਟ ਹੈ। ਤੇ ਜੇ ਹੁਣ ਮੈਨੂੰ ਕੋਈ ਕਹੇ ਕਿ C ਪੁਆਇੰਟ ਨੂੰ ਸਰਕਲ ਕਰੋ, ਤਾਂ ਮੈਨੂੰ ਪਤਾ ਹੈ ਕਿ ਆਹ ਮੇਰਾ C ਪੁਆਇੰਟ ਹੈ, ਤੇ ਇਸ ਨੂੰ ਮੈਂ ਆਸਾਮ ਦੇ ਨਾਲ ਸਰਕਲ ਕਰ ਸਕਦਾ ਹਾਂ, ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਇਸ C ਪੁਆਇੰਟ ਦੀ ਹੀ ਗੱਲ ਕਰ ਰਿਹਾ ਹਾਂ। ਤਾਂ ਹੁਣ ਮੰਨ ਲਓ ਤੁਸੀਂ ਕਹੋ ਕਿ ਮੈਂ ਇਸ ਪੁਆਇੰਟ 'ਤੇ ਨਾ ਰਹਿ ਕੇ ਮੈਂ ਕਿਸੇ ਹੋਰ ਪੁਆਇੰਟ 'ਤੇ ਮੂਵ ਕਰਨਾ ਹਾਂ, ਜਾਂ ਕਹਿ ਲਓ ਕਿ ਮੈਂ A ਪੁਆਇੰਟ ਤੋਂ ਚੱਲ ਕੇ ਮੈਂ B ਪੁਆਇੰਟ ਤੱਕ ਜਾਣਾ ਹੈ, ਤਾਂ ਤੁਹਾਨੂੰ A ਅਤੇ B ਦੇ ਵਿਚਕਾਰ ਜਿੰਨੇ ਵੀ ਪੁਆਇੰਟ ਹਨ, ਉਹ ਸਾਰਿਆਂ ਨੂੰ ਕੀ ਆਪਸ 'ਚ ਮਿਲਾਉਣਾ ਪਵੇਗਾ। ਜਿਵੇਂ ਅਸੀਂ ਇੱਥੇ ਮਿਲਾ ਦਿੰਦੇ ਹਾਂ, ਸਾਡੇ ਕੋਲ ਆਹ A ਪੁਆਇੰਟ ਹੈ, ਅਸੀਂ ਇਸ ਤੋਂ ਚੱਲਣਾ ਸ਼ੁਰੂ ਕੀਤਾ ਹੈ, ਤਾਂ ਅਸੀਂ ਇਸ B ਪੁਆਇੰਟ 'ਤੇ ਚੱਲ ਕੇ ਪਹੁੰਚ ਗਏ ਹਾਂ। ਤਾਂ ਇਸੇ ਤਰ੍ਹਾਂ ਜੋ ਸਾਡੇ ਕੋਲ ਆਹ D ਪੁਆਇੰਟ ਹੈ, ਅਸੀਂ ਇਸ ਤੋਂ ਵੀ ਚੱਲਣਾ ਸ਼ੁਰੂ ਕਰਦੇ ਹਾਂ। ਜੋ ਸਾਡੇ ਕੋਲ ਆਹ D ਪੁਆਇੰਟ ਹੈ, ਅਸੀਂ ਇਸ ਤੋਂ ਵੀ ਚੱਲਣਾ ਸ਼ੁਰੂ ਕਰਦੇ ਹਾਂ, ਤਾਂ ਅਸੀਂ ਚੱਲ ਕੇ C ਪੁਆਇੰਟ 'ਤੇ ਪਹੁੰਚ ਜਾਂਦੇ ਹਾਂ। ਤਾਂ ਹੁਣ A ਅਤੇ B ਪੁਆਇੰਟ ਨੂੰ ਮਿਲਾਉਣ ਦੇ ਨਾਲ ਜੋ ਸਾਡੇ ਕੋਲ ਆਹ ਚੀਜ਼ ਬਣੀ ਹੈ, ਇਸ ਨੂੰ ਅਸੀਂ ਕੀ ਆਖ ਸਕਦੇ ਹਾਂ? ਇਹ ਸਾਡੇ ਕੋਲ ਇੱਕ ਰੇਖਾ ਖੰਡ ਬਣ ਗਿਆ ਹੈ। ਕੀ ਬਣ ਗਿਆ ਹੈ? ਰੇਖਾ ਖੰਡ। ਅਸੀਂ ਇਸ ਨੂੰ ਰੇਖਾ ਖੰਡ ਦਾ ਨਾਮ ਦਿੰਦੇ ਹਾਂ। ਇਹ ਸਾਡੇ ਕੋਲ ਇੱਕ ਰੇਖਾ ਖੰਡ ਹੈ। ਇਸੇ ਤਰ੍ਹਾਂ D ਤੋਂ C ਪੁਆਇੰਟ ਤੱਕ ਚੱਲਣ ਦੇ ਨਾਲ ਜੋ ਸਾਡੇ ਕੋਲ ਆ ਚੀਜ਼ ਬਣੀ ਹੈ, ਇਹ ਵੀ ਸਾਡੇ ਕੋਲ ਇੱਕ ਰੇਖਾ ਖੰਡ ਹੀ ਬਣਿਆ ਹੈ। ਕੀ ਬਣਿਆ ਹੈ? ਸਾਡੇ ਕੋਲ ਇੱਕ ਰੇਖਾ ਖੰਡ। ਤਾਂ ਹੁਣ ਇਸ ਤਰ੍ਹਾਂ ਅਸੀਂ ਦੇਖੀ ਜੋ ਸਾਡੇ ਕੋਲ ਰੇਖਾ ਖੰਡ ਹੈ, A ਪੁਆਇੰਟ ਤੋਂ ਸ਼ੁਰੂ ਹੁੰਦਾ ਹੈ ਤੇ B ਪੁਆਇੰਟ 'ਤੇ ਖਤਮ ਹੁੰਦਾ ਹੈ। ਇਸੇ ਤਰ੍ਹਾਂ ਜੋ ਇਹ ਕਹਿ ਸਕਦੇ ਹਾਂ ਕਿ ਇਹ B ਪੁਆਇੰਟ ਤੋਂ ਸ਼ੁਰੂ ਹੁੰਦਾ ਹੈ ਤੇ A ਪੁਆਇੰਟ 'ਤੇ ਖਤਮ ਹੁੰਦਾ ਹੈ। ਇਟ ਮੀਨਸ ਕਿ ਇਸ ਰੇਖਾ ਖੰਡ ਦੇ A ਅਤੇ B ਦੋ ਅੰਤ ਬਿੰਦੂ ਹਨ। A ਅਤੇ B ਦੋ ਅੰਤ ਬਿੰਦੂ ਹਨ। ਕੀ ਹਨ? ਅੰਤ ਬਿੰਦੂ
ਹਨ। ਇਹ ਸਾਡੇ ਕੋਲ 2 ਅੰਤ ਬਿੰਦੂ ਹਨ। ਤਾਂ ਇਸ ਲਈ ਅਸੀਂ ਇਹਨੂੰ ਨਾਮ ਦੇ ਸਕਦੇ ਹਾਂ ਰੇਖਾ ਖੰਡ AB। ਤੇ ਰੇਖਾ ਖੰਡ ਦਰਸਾਉਣ ਦੇ ਵਾਸਤੇ ਇਸ ਚੀਜ਼ ਦੇ ਉੱਤੇ ਇੱਕ ਛੋਟੀ ਜਿਹੀ ਲਾਈਨ ਲਗਾ ਦਿੰਦੇ ਹਾਂ, ਜੋ ਇਹ ਦਰਸਾ ਰਿਹਾ ਕਿ ਅਸੀਂ ਇਸ ਰੇਖਾ ਖੰਡ AB ਦੀ ਗੱਲ ਕਰਦੇ ਹਾਂ। ਇਸੇ ਤਰ੍ਹਾਂ ਜੋ ਸਾਡੇ ਕੋਲ DC ਰੇਖਾ ਖੰਡ ਹੈ, ਇਸ ਦਾ ਵੀ ਨਾਮ ਅਸੀਂ ਲਿਖ ਦਿੰਦੇ ਹਾਂ, ਇਹ ਸਾਡੇ ਕੋਲ ਰੇਖਾ ਖੰਡ DC। ਇਸ ਦੇ ਉੱਤੇ ਅਸੀਂ ਛੋਟੀ ਜਿਹੀ ਲਾਈਨ ਲਗਾ ਦਿੰਦੇ ਹਾਂ, ਜੋ ਇਸ ਰੇਖਾ ਖੰਡ DC ਦੀ ਹੀ ਗੱਲ ਕਰ ਰਿਹਾ ਹੈ। ਤਾਂ ਤੁਸੀਂ ਕਹੋਗੇ ਅਸੀਂ ਇਸ ਨੂੰ AB ਰੇਖਾ ਖੰਡ ਦੀ ਥਾਂ ਤੇ BA ਰੇਖਾ ਖੰਡ ਲਿਖ ਸਕਦੇ ਹਾਂ। ਬਿਲਕੁਲ, ਅਸੀਂ ਇਸ ਨੂੰ BA ਰੇਖਾ ਖੰਡ ਵੀ ਲਿਖ ਸਕਦੇ ਹਾਂ। ਇਸੇ ਤਰ੍ਹਾਂ ਜੋ DC ਰੇਖਾ ਖੰਡ ਹੈ, ਇਸ ਨੂੰ ਵੀ ਅਸੀਂ CD ਰੇਖਾ ਖੰਡ ਲਿਖ ਸਕਦੇ ਹਾਂ। ਹੁਣ ਜਦੋਂ ਅਸੀਂ ਪਹਿਲਾਂ ਪੁਆਇੰਟ ਦੀ ਗੱਲ ਕਰਦੇ ਸੀ ਕਿ ਅਸੀਂ ਇੱਕ ਪੁਆਇੰਟ ਤੋਂ ਬਿਲਕੁਲ ਵੀ ਮੂਵ ਨਹੀਂ ਕਰ ਸਕਦੇ, ਜੇ ਅਸੀਂ ਉਸ ਪੁਆਇੰਟ ਤੋਂ ਮੂਵ ਕਰਦੇ ਹਾਂ ਤਾਂ ਅਸੀਂ ਕਿਸੇ ਹੋਰ ਪੁਆਇੰਟ 'ਤੇ ਪਹੁੰਚ ਜਾਂਦੇ ਹਾਂ। ਇਟ ਮੀਨਸ ਕਿ ਸਾਡੇ ਕੋਲ 0 ਡਾਇਮੈਂਸ਼ਨ ਹੈ ਕਿਸੇ ਪੁਆਇੰਟ ਤੋਂ ਮੂਵ ਕਰਨ ਦੀ, ਤਾਂ ਸਾਡੇ ਕੋਲ ਪੁਆਇੰਟ ਦੀ ਡਾਇਮੈਂਸ਼ਨ ਕੀ ਹੈ, ਸਾਡੇ ਕੋਲ 0 ਡਾਇਮੈਂਸ਼ਨ ਹੈ ਕਿ ਅਸੀਂ ਇੱਕ ਪੁਆਇੰਟ ਤੋਂ ਬਿਲਕੁਲ ਵੀ ਮੂਵ ਨਹੀਂ ਕਰ ਸਕਦੇ। ਇਸੇ ਤਰ੍ਹਾਂ ਜੇ ਅਸੀਂ ਰੇਖਾ ਖੰਡ ਦੀ ਗੱਲ ਕਰੀਏ, ਰੇਖਾ ਖੰਡ ਦੇ ਉੱਤੇ ਅਸੀਂ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਮੂਵ ਕਰ ਸਕਦੇ ਹਾਂ। ਜਿਵੇਂ ਅਸੀਂ D ਤੋਂ C ਤੱਕ ਜਾਂ C ਤੋਂ D ਤੱਕ ਮੂਵ ਕਰ ਸਕਦੇ ਹਾਂ। ਤਾਂ ਇਸ ਲਈ ਜੋ ਰੇਖਾ ਖੰਡ ਹੈ ਉਹ ਕੀ ਹੈ, ਸਾਡੇ ਕੋਲ 1 ਡਾਇਮੈਂਸ਼ਨ ਹੈ। ਰੇਖਾ ਖੰਡ ਸਾਡੇ ਕੋਲ ਕੀ ਹੁੰਦਾ ਹੈ, 1 ਡਾਇਮੈਂਸ਼ਨ ਹੁੰਦਾ ਹੈ। ਪਰ ਜੇ ਅਸੀਂ ਰੀਅਲ ਲਾਈਫ ਦੇ ਵਿੱਚ ਗੱਲ ਕਰੀਏ, ਉਸ ਦੇ ਵਿੱਚ ਜਿਵੇਂ ਮੰਨ ਲਓ ਇੱਕ ਉਦਾਹਰਨ ਲੈ ਲੈਂਦੇ ਹਾਂ ਅਸੀਂ, ਜਿਵੇਂ ਸਾਡੇ ਕੋਲ ਇੱਕ ਧਾਗਾ ਹੈ ਜਾਂ ਕੋਈ ਰੱਸੀ ਹੈ, ਉਸ ਦੀ ਲੰਬਾਈ ਦੇ ਨਾਲ ਕੁਛ ਨਾ ਕੁਛ ਵਿਡਥ ਜ਼ਰੂਰ ਹੁੰਦੀ ਹੈ। ਪਰ ਜੇ ਅਸੀਂ ਜਿਓਮੈਟਰੀ ਦੇ ਵਿੱਚ ਮੈਥਮੈਟੀਕਲ ਤਰੀਕੇ ਦੇ ਨਾਲ ਗੱਲ ਕਰੀਏ, ਤਾਂ ਸਾਡੇ ਕੋਲ ਰੇਖਾ ਖੰਡ ਦੀ ਸਿਰਫ ਲੰਬਾਈ ਹੁੰਦੀ ਹੈ, ਉਸ ਦੀ ਵਿਡਥ ਨਹੀਂ ਹੁੰਦੀ, ਕਿਉਂਕਿ ਅਸੀਂ ਇਸ ਦੇ ਅਲੋਂਗ ਹੀ ਮੂਵ ਕਰ ਸਕਦੇ ਹਾਂ। ਇਸ ਲਈ ਜੋ ਰੇਖਾ ਖੰਡ ਹੈ ਉਹ ਸਾਡੇ ਕੋਲ 1 ਡਾਇਮੈਂਸ਼ਨ ਹੈ, ਜੋ ਪੁਆਇੰਟ ਹੈ ਸਾਡੇ ਕੋਲ 0 ਡਾਇਮੈਂਸ਼ਨ ਹੈ। ਆਓ ਹੁਣ ਅਸੀਂ ਅੱਗੇ ਗੱਲ ਕਰਦੇ ਹਾਂ। ਜਿਵੇਂ ਸਾਡੇ ਕੋਲ ਇੱਕ ਪੁਆਇੰਟ A ਹੈ ਤੇ A ਪੁਆਇੰਟ ਤੋਂ ਮੈਂ ਚੱਲਣਾ ਸ਼ੁਰੂ ਕਰਦਾ ਹਾਂ ਤੇ ਮੈਂ D ਪੁਆਇੰਟ 'ਤੇ ਪਹੁੰਚਦਾ ਹਾਂ ਤੇ ਇਸ ਪੁਆਇੰਟ ਦੇ ਉੱਤੇ ਰੁਕੇ ਬਿਨਾਂ ਮੈਂ ਹੋਰ ਅੱਗੇ ਵੱਧਦਾ ਜਾਂਦਾ ਹਾਂ, ਤਾਂ ਇਹ ਮੇਰੇ ਕੋਲ ਕੀ ਬਣਿਆ ਹੈ? ਤੇ ਜੇ ਮੈਂ ਧਿਆਨ ਦੇ ਨਾਲ ਦੇਖਾਂ, ਇਹ ਮੇਰੇ ਕੋਲ ਕੀ ਹੈ, ਇੱਕ ਕਿਰਨ ਬਣ ਗਈ ਹੈ ਕਿ ਮੈਂ A ਪੁਆਇੰਟ ਤੋਂ ਚੱਲਣਾ ਸ਼ੁਰੂ ਕੀਤਾ ਹੈ ਤੇ D ਪੁਆਇੰਟ ਦੇ ਵਿੱਚੋਂ ਲੰਘਦਾ ਹੋਇਆ ਅੱਗੇ ਅਨੰਤ ਦੂਰੀ ਤੱਕ ਵੱਧਦਾ ਜਾਂਦਾ ਹਾਂ। ਤੇ ਸਾਡੀ ਕੀ ਬਣ ਗਈ ਹੈ? ਇਹ ਸਾਡੀ ਬਣ ਗਈ ਆ ਕਿਰਨ AD। ਇਸ ਨੂੰ ਨਾਮ ਦਿੱਤਾ ਅਸੀਂ ਕਿਰਨ AD, ਕਿਉਂਕਿ A ਪੁਆਇੰਟ ਤੋਂ ਸ਼ੁਰੂ ਹੁੰਦੀ ਹੈ ਤੇ D ਪੁਆਇੰਟ ਦੇ ਵਿੱਚੋਂ ਲੰਘਦੀ ਹੋਈ ਅੱਗੇ ਅਨੰਤ ਦੂਰੀ ਤੱਕ ਜਾਂਦੀ ਹੈ। ਅਸੀਂ ਇਸ ਦੇ ਉੱਤੇ ਐਰੋ ਦਾ ਨਿਸ਼ਾਨ ਲਗਾ ਦਿੰਦੇ ਹਾਂ, ਜੋ ਇਸ ਨੂੰ ਦਰਸਾਉਂਦਾ ਹੈ ਕਿ ਇਹ ਸਾਡੇ ਕੋਲ ਕਿਰਨ AD ਹੈ। ਤੇ ਇਸ ਕਿਰਨ AD ਦੇ ਵਿੱਚ ਜੋ ਪੁਆਇੰਟ A ਹੈ, ਉਹ ਸਾਡੇ ਕੋਲ ਕੀ ਹੈ, ਕਿਰਨ ਦਾ ਵਰਟੈਕਸ ਹੈ, ਕਿਉਂਕਿ ਇਸ ਪੁਆਇੰਟ ਦੇ ਉੱਤੋਂ ਕੀ ਹੈ, ਕਿਰਨ ਸਟਾਰਟ ਹੋਈ ਹੈ। ਅਸੀਂ ਕੀ ਕਿਰਨ AD ਨੂੰ DA ਕਿਰਨ ਦਾ ਨਾਮ ਦੇ ਸਕਦੇ ਹਾਂ? ਨਹੀਂ, ਅਸੀਂ ਇਸ ਨੂੰ DA ਨਾਮ ਨਹੀਂ ਦੇ ਸਕਦੇ, ਕਿਉਂਕਿ ਜੋ ਕਿਰਨ ਹੈ ਉਹ A ਪੁਆਇੰਟ ਦੇ ਉੱਤੋਂ ਹੀ ਸ਼ੁਰੂ ਹੋਈ ਹੈ ਤੇ D ਪੁਆਇੰਟ ਦੇ ਵਿੱਚੋਂ ਲੰਘਦੀ ਹੋਈ ਅੱਗੇ ਤੱਕ ਗਈ ਹੈ। ਜੇ ਇਹ D ਪੁਆਇੰਟ ਤੋਂ ਸ਼ੁਰੂ ਹੁੰਦੀ ਤੇ A ਦੇ ਵਿੱਚੋਂ ਲੰਘਦੀ ਹੋਈ ਅੱਗੇ ਤੱਕ ਜਾਂਦੀ, ਫਿਰ ਅਸੀਂ ਇਸ ਨੂੰ DA ਨਾਮ ਦਿੰਦੇ। ਇਸ ਲਈ ਹੁਣ ਅਸੀਂ ਇਸ ਨੂੰ DA ਨਾਮ ਕਿਰਨ ਨੂੰ ਨਹੀਂ ਦੇ ਸਕਦੇ, ਇਸ ਕਿਰਨ ਦਾ ਨਾਮ AD ਹੀ ਰਹੇਗਾ। ਇਸ ਲਈ ਜਦੋਂ ਵੀ ਅਸੀਂ ਕਿਰਨ ਦਾ ਨਾਮ ਲਿਖਣਾ ਹੈ, ਜਾਂ ਕਹਿ ਲਓ ਕਿ ਅੰਗਰੇਜ਼ੀ ਦੇ ਵਿੱਚ ਅਸੀਂ ਇਹਨੂੰ ਰੇ ਕਹਿੰਦੇ ਹਾਂ, ਰੇ ਦਾ ਨਾਮ ਲਿਖਣਾ ਹੈ, ਤਾਂ ਸਾਨੂੰ ਇਸ ਦੇ ਆਰਡਰ ਦਾ ਜ਼ਰੂਰ ਧਿਆਨ ਰੱਖਣਾ ਪਵੇਗਾ। ਹੁਣ ਮੰਨ ਲਓ ਮੇਰੇ ਕੋਲ ਇੱਕ ਰੇਖਾ ਖੰਡ XY ਹੈ, ਇਸ ਨੂੰ ਅਸੀਂ ਨਾਮ ਦੇ ਦਿੰਦੇ ਹਾਂ X। ਇਹ ਸਾਡੇ ਕੋਲ ਕੀ ਹੈ, Y। ਇਹ ਸਾਡੇ ਕੋਲ ਰੇਖਾ ਖੰਡ XY ਹੈ। ਇਹ ਮੰਨ ਲਓ ਕਿਸੇ ਰੇਖਾ ਦਾ ਹੀ ਪਾਰਟ ਹੈ, ਇਹ ਕਿਸੇ ਰੇਖਾ ਦਾ ਹੀ ਪਾਰਟ ਹੈ ਜਾਂ ਭਾਗ ਹੈ, ਰੇਖਾ ਖੰਡ XY। ਤਾਂ ਇਸ ਦੇ ਉੱਤੇ ਜੇ ਕੋਈ ਪੁਆਇੰਟ Z ਹੋਵੇ, ਮੰਨ ਲਓ ਇਹ ਪੁਆਇੰਟ ਸਾਡੇ ਕੋਲ ਕੋਈ Z ਹੈ, ਤਾਂ ਜੋ X, Y ਅਤੇ Z ਪੁਆਇੰਟ ਹਨ, ਇਹ ਕੀ ਹੋ ਜਾਣਗੇ, ਕੋਲੀਨੀਅਰ ਹੋ ਜਾਣਗੇ, ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਸਮਰੇਖੀ ਵੀ ਆਖਦੇ ਹਾਂ, ਕਿਉਂਕਿ ਇਹ ਤਿੰਨੇ ਪੁਆਇੰਟ ਇੱਕ ਹੀ ਰੇਖਾ ਦੇ ਉੱਤੇ ਮੌਜੂਦ ਹਨ। ਇਹ ਕੀ ਨੇ ਸਾਡੇ ਕੋਲ? ਇਹ ਸਾਡੇ ਕੋਲ ਕੀ ਨੇ? ਸਮਰੇਖੀ ਬਿੰਦੂ, ਜਿਨ੍ਹਾਂ ਨੂੰ ਅਸੀਂ ਕੋਲੀਨੀਅਰ ਵੀ ਆਖਦੇ ਹਾਂ। ਤੇ ਹੁਣ ਜੇ ਇੱਥੇ ਜੋ ਰੇਖਾ ਖੰਡ XZ ਅਤੇ ZY ਬਣੇ ਹਨ, ਜੇ ਦੋਨੇ ਬਰਾਬਰ ਹੋਣ, ਰੇਖਾ ਖੰਡ XZ ਬਰਾਬਰ ਹੋਵੇ ਕਿਹਦੇ? ਰੇਖਾ ਖੰਡ ZY ਦੇ, ਤਾਂ ਜੋ Z ਪੁਆਇੰਟ ਹੈ, ਤਾਂ ਜੋ ਆਹ Z ਪੁਆਇੰਟ ਹੈ ਉਹ ਕੀ ਹੈ, ਮੱਧ ਬਿੰਦੂ ਹੋਵੇਗਾ। ਕਿਸ ਦਾ ਮੱਧ ਬਿੰਦੂ ਹੋਵੇਗਾ? ਉਹ ਰੇਖਾ ਖੰਡ XY ਦਾ, ਕਿਉਂਕਿ ਇਹ XZ ਅਤੇ
ਜ਼ੈਡ ਵਾਈ ਕੀ ਨੇ, ਬਰਾਬਰ ਨੇ, ਤਾਂ ਜੋ ਜ਼ੈਡ ਹੈ ਉਹ ਐਕਸ ਵਾਈ ਰੇਖਾਖੰਡ ਦਾ ਕੀ ਆ, ਮੱਧ ਬਿੰਦੂ ਹੋਵੇਗਾ। ਤਾਂ ਹੁਣ ਅਸੀਂ 1 ਡਾਇਮੈਂਸ਼ਨਲ ਦੀ ਗੱਲ ਕੀਤੀ ਹੈ, ਜਿਵੇਂ ਸਾਡੇ ਕੋਲ ਰੇਖਾ, ਰੇਖਾਖੰਡ, ਕਿਰਨ, ਇਹਨਾਂ ਦੀ ਲੈਂਥ ਹੁੰਦੀ ਹੈ, ਵਿਡਥ ਨਹੀਂ ਹੁੰਦੀ। ਅਤੇ ਹੁਣ ਅਸੀਂ ਅੱਗੇ ਗੱਲ 2 ਡਾਇਮੈਂਸ਼ਨਲ ਦੀ ਕਰਦੇ ਹਾਂ। ਜਿਵੇਂ ਸਾਡੇ ਕੋਲ ਆ ਬਲੈਕ ਸਕਰੀਨ ਹੈ, ਇਸ ਸਕਰੀਨ ਦੇ ਉੱਤੇ ਅਸੀਂ ਖੱਬੇ ਤੋਂ ਸੱਜੇ ਪਾਸੇ ਵੱਲ, ਖੱਬੇ ਤੋਂ ਸੱਜੇ ਪਾਸੇ ਵੱਲ ਅਤੇ ਉੱਪਰ ਤੋਂ ਥੱਲੇ ਵੱਲ ਨੂੰ ਮੂਵ ਕਰ ਸਕਦੇ ਹਾਂ। ਮਤਲਬ ਕਿ ਅਸੀਂ ਇਸ ਦੇ ਖੱਬੇ ਤੋਂ ਸੱਜੇ ਪਾਸੇ ਵੱਲ ਅਤੇ ਉੱਪਰ ਤੋਂ ਥੱਲੇ ਵੱਲ ਮੂਵ ਕਰ ਸਕਦੇ ਹਾਂ। ਇਸ ਨੂੰ ਅਸੀਂ 2 ਡਾਇਮੈਂਸ਼ਨਲ ਆਖਦੇ ਹਾਂ। ਇਹ ਸਾਡੀ ਕੀ ਆ, 2 ਪਸਾਰੀ ਹੈ। ਇਸ ਨੂੰ ਅਸੀਂ 2 ਪਸਾਰੀ ਵੀ ਆਖਦੇ ਹਾਂ। ਤਾਂ ਹੁਣ ਅਸੀਂ ਅੱਗੇ ਗੱਲ ਕਰਦੇ ਹਾਂ 3 ਡਾਇਮੈਂਸ਼ਨਲ ਦੀ। ਜਿਵੇਂ ਅਸੀਂ 2 ਡਾਇਮੈਂਸ਼ਨਲ ਦੇ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ, ਉੱਪਰ ਤੋਂ ਥੱਲੇ ਵੱਲ ਮੂਵ ਕਰਦੇ ਹਾਂ। ਇਸ ਦੇ ਵਿੱਚ ਅਸੀਂ ਇਸ ਦੇ ਨਾਲ ਅੰਦਰ ਤੋਂ ਬਾਹਰ ਵੱਲ ਵੀ ਮੂਵ ਕਰ ਸਕਦੇ ਹਾਂ। ਮੀਨਸ ਕਿ ਖੱਬੇ ਤੋਂ ਸੱਜੇ ਪਾਸੇ ਵੱਲ, ਉੱਪਰ ਤੋਂ ਥੱਲੇ ਵੱਲ ਮੂਵ ਕਰਨ ਦੇ ਨਾਲ ਅਸੀਂ ਅੰਦਰ ਤੋਂ ਬਾਹਰ ਵੱਲ ਵੀ ਮੂਵ ਕਰ ਸਕਦੇ ਹਾਂ। ਇਹ ਸਾਡੇ ਕੋਲ ਕੀ ਆ, 3 ਡਾਇਮੈਂਸ਼ਨਲ ਹੈ, ਜਿਸ ਨੂੰ ਅਸੀਂ 3 ਪਸਾਰੀ ਵੀ ਆਖਦੇ ਹਾਂ। ਇਸ ਦੇ ਵਿੱਚ ਅਸੀਂ ਖੱਬੇ ਤੋਂ ਸੱਜੇ ਪਾਸੇ ਵੱਲ, ਉੱਪਰ ਤੋਂ ਥੱਲੇ ਵੱਲ ਅਤੇ ਅੰਦਰ ਤੋਂ ਬਾਹਰ ਵੱਲ ਮੂਵ ਕਰ ਸਕਦੇ ਹਾਂ। ਅਤੇ ਅੱਜ ਅਸੀਂ ਬਿੰਦੂ, ਰੇਖਾਖੰਡ, ਕਿਰਨ ਅਤੇ 1 ਡਾਇਮੈਂਸ਼ਨਲ, 2 ਡਾਇਮੈਂਸ਼ਨਲ ਅਤੇ 3 ਡਾਇਮੈਂਸ਼ਨਲ ਬਾਰੇ ਗੱਲ ਕੀਤੀ ਹੈ। ਮਤਲਬ ਕਿ 1 ਪਸਾਰੀ, 2 ਪਸਾਰੀ ਅਤੇ 3 ਪਸਾਰੀ ਬਾਰੇ ਗੱਲ ਕੀਤੀ ਹੈ।